हेलो दोस्तों, ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ 10th ਕਲਾਸ ਦੇ ਅਗਲੇ ਟੌਪਿਕ ਸਪਰਸ਼ ਰੇਖਾਵਾਂ ਟੈਂਜੈਂਟ ਬਾਰੇ ਗੱਲ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਤੁਸੀਂ ਕਦੇ ਵੀ ਇਸ ਨਾਮ ਬਾਰੇ ਸੁਣਿਆ ਨਹੀਂ ਤਾਂ ਤੁਹਾਡੇ ਮਨ 'ਚ ਬੜੀ ਕਿਉਰਿਓਸਿਟੀ ਹੈ, ਯਾਰ ਇਹ ਕੀ ਚੀਜ਼ ਹੈ। ਇਹ ਜੋ ਟੌਪਿਕ ਹੈ ਇਹ ਚੱਕਰ ਦੇ ਨਾਲ ਸੰਬੰਧਿਤ ਹੈ। ਚੱਕਰ ਦੇ ਰਿਗਾਰਡਿੰਗ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਕਿੰਨਾ ਕੁਝ ਕੀਤਾ ਹੋਇਆ ਹੈ। ਕੇਂਦਰ, ਅਰਧਵਿਆਸ, ਵਿਆਸ, ਜੀਵਾ, ਘੇਰਾ, ਖੇਤਰਫਲ। ਤੇ ਇਹ ਜੋ ਟਰਮ ਹੈ ਸਪਰਸ਼ ਰੇਖਾ, ਇਹ ਚੱਕਰ ਨਾਲ ਸੰਬੰਧਿਤ ਹੈ। ਇਹਦਾ ਨਾਮ ਹੀ ਦੱਸ ਰਿਹਾ ਹੈ ਸਪਰਸ਼ ਰੇਖਾ, ਜੋ ਸਪਰਸ਼ ਕਰਦੀ ਹੈ, ਛੂੰਦੀ ਹੈ। ਇਹਦੇ ਨਾਮ ਤੋਂ ਹੀ ਗੱਲ ਕਲੀਅਰ ਹੋ ਰਹੀ ਹੈ। ਤਾਂ ਫਿਰ ਅਗਰ ਆਪਾਂ ਇਹਦੀ ਪਰਿਭਾਸ਼ਾ ਤੇ ਗੱਲ ਕਰਾਂਗੇ ਤਾਂ ਕੀ ਹੋਗੀ? ਉਹ ਰੇਖਾ ਜੋ ਚੱਕਰ ਨੂੰ ਛੂੰਦੀ ਹੈ। ਇਹ ਤਾਂ ਗੱਲ ਹੋ ਗਈ ਅਗਰ ਆਪਾਂ ਇਹਦੇ ਨਾਮ ਤੇ ਗੱਲ ਕਰੀਏ, ਜੋ ਚੱਕਰ ਨੂੰ ਛੂੰਦੀ ਹੈ। ਹੁਣ ਕੁਐਸਚਨ ਇਹ ਆਂਦਾ ਹੈ ਇਹ ਜੀ ਕਿਹੜੀ ਰੇਖਾ ਹੋਣੀ ਹੈ ਜਾਂ ਕਿਵੇਂ ਕੱਟਣੀ ਹੈ। ਮੈਂ ਇੱਕ ਰੇਖਾ ਬਣਾ ਰਿਹਾ, ਆ ਦੇਖੋ, ਆ ਇੱਕ ਰੇਖਾ ਹੋਗੀ ਜੋ ਚੱਕਰ ਨੂੰ ਛੂੰਦੀ ਹੈ। ਤਾਂ ਫਿਰ ਪ੍ਰੋਪਰ ਪਰਿਭਾਸ਼ਾ ਆਪਾਂ ਕੀ ਲਿਖਾਂਗੇ? ਉਹ ਰੇਖਾ ਜੋ ਚੱਕਰ ਨੂੰ ਇੱਕ ਬਿੰਦੂ ਤੇ ਕੱਟਦੀ ਹੈ ਜਾਂ ਛੂੰਦੀ ਹੈ, ਉਸ ਨੂੰ ਕੀ ਬੋਲਦੇ ਨੇ? ਸਪਰਸ਼ ਰੇਖਾ। ਜੋ ਚੱਕਰ ਨੂੰ ਇੱਕ ਬਿੰਦੂ ਤੇ ਕੱਟਦੀ ਹੈ ਜਾਂ ਛੂੰਦੀ ਹੈ, ਉਹਨੂੰ ਕੀ ਬੋਲਦੇ ਨੇ? ਸਪਰਸ਼ ਰੇਖਾ ਬੋਲਦੇ ਨੇ। ਤੇ ਜਿਹੜੇ ਬਿੰਦੂ ਤੇ ਉਹ ਕੱਟਦੀ ਹੈ, ਜਿਵੇਂ ਇੱਥੇ ਕੱਟ ਰਹੀ ਹੈ, ਜਾਂ ਆਪਾਂ ਆ ਬਣਾਤਾ, ਇੱਥੇ ਕੱਟ ਰਹੀ ਹੈ, ਇਹ ਹੋ ਗਈ ਆਪਣੇ ਕੋਲੇ ਸਪਰਸ਼ ਰੇਖਾ। ਜਿਸ ਬਿੰਦੂ ਤੇ ਇਹ ਕੱਟਦੀ ਹੈ ਚੱਕਰ ਨੂੰ, ਉਸ ਨੂੰ ਬੋਲਦੇ ਨੇ ਸਪਰਸ਼ ਬਿੰਦੂ। ਜਿਸ ਬਿੰਦੂ ਤੇ ਇਹ ਚੱਕਰ ਨੂੰ ਕੱਟਦੀ ਹੈ ਉਸ ਨੂੰ ਕੀ ਬੋਲਦੇ ਨੇ? ਸਪਰਸ਼ ਬਿੰਦੂ। ਤਾਂ ਆਪਾਂ ਇਹ ਕਹਿ ਸਕਦੇ ਹਾਂ ਜੋ ਸਪਰਸ਼ ਰੇਖਾ ਚੱਕਰ ਨੂੰ ਜਿਸ ਬਿੰਦੂ ਤੇ ਕੱਟਦੀ ਹੈ ਉਸ ਬਿੰਦੂ ਦਾ ਕੀ ਨਾਮ ਹੈ? ਸਪਰਸ਼ ਬਿੰਦੂ। ਹੁਣ ਕੁਐਸਚਨ ਇਹ ਉੱਠਦਾ ਹੈ ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹਨ? ਜੋ ਆਪਾਂ ਗੱਲ ਕਰਨੀ ਹੈ ਚੱਕਰ ਦੀਆਂ ਸਪਰਸ਼ ਰੇਖਾਵਾਂ ਤੇ, ਤਾਂ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਨੇ? ਜਿੰਨੇ ਚੱਕਰ ਦੇ ਉੱਪਰ ਬਿੰਦੂ ਨੇ। ਇੱਕ ਚੱਕਰ ਦੇ ਉੱਪਰ ਕਿੰਨੇ ਬਿੰਦੂ ਨੇ? ਅਣਗਿਣਤ, ਅਣਗਿਣਤ ਬਿੰਦੂ ਨੇ। ਤੇ ਜਿੰਨੇ ਬਿੰਦੂ ਨੇ ਉਨੀਆਂ ਕੀ ਹੋਣਗੀਆਂ? ਸਪਰਸ਼ ਰੇਖਾਵਾਂ। ਦੇਖੋ, ਇੱਕ ਇੱਥੇ ਬਣ ਜੂ, ਇੱਕ ਇੱਥੇ ਡਰਾਅ ਕਰ ਲਾਂਗੇ, ਇੱਕ ਇੱਥੇ ਡਰਾਅ ਕਰ ਸਕਦੇ ਹਾਂ, ਇੱਕ ਇੱਥੇ। ਤਾਂ ਜਿੰਨੇ ਬਿੰਦੂ ਨੇ ਉਨੀਆਂ ਆਪਾਂ ਸਪਰਸ਼ ਰੇਖਾਵਾਂ ਬਣਾ ਸਕਦੇ ਹਾਂ। ਤਾਂ ਫਿਰ ਆਨਸਰ ਕੀ ਹੋ ਗਿਆ? ਇੱਕ ਚੱਕਰ ਦੀਆਂ ਅਨੰਤ ਜਾਂ ਅਣਗਿਣਤ ਸਪਰਸ਼ ਰੇਖਾਵਾਂ ਹਨ। ਕਿਉਂ ਨੇ? ਕਿਉਂ ਨੇ? ਕਿਉਂਕਿ ਚੱਕਰ ਦੇ ਉੱਪਰ, ਚੱਕਰ ਦੇ ਘੇਰੇ ਦੇ ਉੱਪਰ ਅਨੰਤ ਬਿੰਦੂ ਨੇ। ਤਾਂ ਫਿਰ ਕੁਐਸਚਨ ਕੀ ਹੋ ਗਿਆ? ਜਿੰਨੇ ਬਿੰਦੂ ਨੇ ਉਨੀਆਂ ਆਪਣੇ ਕੋਲੇ ਕੀ ਹੋ ਗਈਆਂ? ਸਪਰਸ਼ ਰੇਖਾਵਾਂ ਹੋ ਗਈਆਂ। ਅਨੰਤ ਬਿੰਦੂ ਨੇ ਤਾਂ ਆਪਣੇ ਕੋਲੇ ਕਿੰਨੀਆਂ ਸਪਰਸ਼ ਰੇਖਾਵਾਂ ਹੋ ਗਈਆਂ? ਅਨੰਤ ਜਾਂ ਅਣਗਿਣਤ ਆਪਣੇ ਕੋਲੇ ਸਪਰਸ਼ ਰੇਖਾਵਾਂ ਹੋ ਗਈਆਂ। ਠੀਕ। ਨੰਬਰ 2, ਹੁਣ ਇੱਕ ਚੱਕਰ ਦੇ ਉੱਪਰ ਆਪਾਂ ਬਿੰਦੂ ਦੀ ਸਥਿਤੀ ਦੀ ਗੱਲ ਕਰਨੀ ਹੈ। ਇੱਕ ਛੋਟਾ ਜਿਹਾ ਕੁਐਸਚਨ ਆਪਾਂ 8ਵੀਂ 9ਵੀਂ ਕਲਾਸ ਕੀਤਾ ਹੋਇਆ ਹੈ। ਇੱਕ ਚੱਕਰ ਸਤ੍ਹਾ ਨੂੰ, ਸਤ੍ਹਾ ਦਾ ਮਤਲਬ ਮੈਂ ਇੱਥੇ ਬੋਰਡ ਦੀ ਗੱਲ ਕਰ ਰਿਹਾ, ਕਿੰਨੇ ਭਾਗਾਂ ਦੇ ਵਿੱਚ ਵੰਡਦਾ ਹੈ? 3 ਭਾਗਾਂ ਦੇ ਵਿੱਚ। ਅੰਦਰਲਾ ਭਾਗ, ਬਾਹਰਲਾ ਭਾਗ ਤੇ ਉੱਪਰਲਾ, ਜਿਹੜਾ ਘੇਰਾ ਕਹਿੰਦੇ ਆ ਜਿਸ ਨੂੰ ਆਪਾਂ, 3 ਹਿੱਸੇ 'ਚ ਵੰਡਦਾ ਹੈ। ਤਾਂ ਬਿੰਦੂ ਦੀਆਂ ਸਥਿਤੀਆਂ 3 ਨੇ। ਕਿਹੜੀਆਂ ਕਿਹੜੀਆਂ? ਚੱਕਰ ਦੇ ਉੱਪਰ, ਚੱਕਰ ਦੇ ਅੰਦਰ ਹਿੱਸੇ 'ਚ, ਕਿਤੇ ਵੀ ਹੋ ਸਕਦੀ ਹੈ, ਚੱਕਰ ਦੇ ਬਾਹਰੀ ਹਿੱਸੇ ਦੇ ਵਿੱਚ। ਤਾਂ ਹੁਣ ਬਿੰਦੂ ਦੀ ਸਥਿਤੀ ਦੇ ਹਿਸਾਬ ਦੇ ਨਾਲ ਚੱਕਰ ਦੀਆਂ ਸਪਰਸ਼ ਰੇਖਾਵਾਂ ਤੇ ਆਪਾਂ ਗੱਲ ਕਰਨੀ ਹੈ।
सब तो पहला पॉइंट, अगर अंदरूनी बिंदु है, अगर बिंदु ਚੱਕਰ ਦੇ ਅੰਦਰ ਹੈ ਤਾਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚ ਸਕਦੇ ਆ? ਸੋਚ ਕੇ ਦੇਖੋ। ਇੱਥੋਂ ਮੈਂ ਰੇਖਾ ਖਿੱਚਤੀ, ਕੀ ਇਹ ਸਪਰਸ਼ ਰੇਖਾ ਹੈ? ਨਹੀਂ, ਕਿਉਂਕਿ ਸਪਰਸ਼ ਰੇਖਾ ਕੀ ਹੈ? ਜਿਹੜੀ ਛੂੰਦੀ ਹੈ ਇੱਕ ਬਿੰਦੂ ਤੇ ਜਾਂ ਕੱਟਦੀ ਹੈ। ਤੁਹਾਡੇ ਦਿਮਾਗ 'ਚ ਕੀ ਜਾ ਸਕਦਾ ਹੈ ਜਦੋਂ ਆਪਾਂ ਕੱਟਣ ਦੀ ਗੱਲ ਕਰਦੇ ਹਾਂ ਵੀ ਸਰ ਇਹ ਤਾਂ ਕੱਟ ਰਹੀ ਹੈ, ਪਰ ਆਪਾਂ ਜੋ ਗੱਲ ਕੀਤੀ ਹੈ ਆਪਾਂ ਰੇਖਾ ਦੀ ਗੱਲ ਕੀਤੀ ਹੈ, ਤੇ ਰੇਖਾ ਦੀ ਪਰਿਭਾਸ਼ਾ ਕੀ ਹੈ? ਜਿਹਨੂੰ ਦੋਹਾਂ ਪਾਸਿਓਂ ਵਧਾਇਆ ਜਾ ਸਕਦਾ ਹੈ। ਤੇ ਜਦੋਂ ਮੈਂ ਇਹਨੂੰ ਵਧਾਉਂਗਾ ਤਾਂ ਇਹ ਕਿੰਨੇ ਬਿੰਦੂਆਂ ਤੇ ਕੱਟੀ? 2 ਬਿੰਦੂਆਂ ਤੇ। ਤੇ ਸ਼ਰਤ ਕੀ ਕਹਿ ਰਹੀ ਹੈ? 1 ਬਿੰਦੂ ਤੇ। ਤਾਂ ਇਸ ਕਰਕੇ ਅੰਦਰੂਨੀ ਬਿੰਦੂ ਦੇ ਵਿੱਚੋਂ ਕੋਈ ਵੀ ਸਪਰਸ਼ ਰੇਖਾ ਨਹੀਂ खिंची जा सकती। तो फिर पहला क्वेश्चन की बन गया, अंदरूनी बिंदु तो जे चक्कर दे बिंदु अंदर है आप कोई भी स्पर्श रेखा नहीं खिंच सकते, क्योंकि अगर खिंचांगे तो दूजे पासे बढ़ावांगे वो 2 बिंदुओं ते कट्टी जाती है। इत्थे मैं तुहाडी नॉलेज वास्ते दस दिना, जिहड़ी इह जी स्पर्श रेखा हुंदी है, रेखा जो चक्कर नूं 2 बिंदुओं ते कटदी है उस नूं बोलदे ने छेदक रेखा। छेद कर दिंदी है। इस रेखा का भी नाम है, इनू की बोलते ने? छेदक रेखा। तो फिर पहला पॉइंट की हो गया, अंदरूनी बिंदु दे विचों चक्कर दी कोई भी स्पर्श रेखा नहीं खिंची जा सकती। दूसरा, चक्कर उपर बिंदु, या आप कह सकते हैं चक्कर दे घेरे उपर जो बिंदु होवे, मान लो एक बिंदु आ रहा, आप एक बिंदु खिंच ला लिया, हुण इस बिंदु ते किन्नियां स्पर्श रेखावां खिंचियां जा सकदियां? देखते हैं। 1। जदों हुण आपां एक होर खिंचण की कोशिश करांगे तां देखो, तुसीं एक एक्टिविटी करके देखो, उरे धागा लगाओ। जदों धागे नूं थोड़ा जिहा हिलाओगे ना तां ओह इहदे विच दी जाऊगा। इत्थों देखो, आ हिस्से चों आए विचदी जा रहा है, तो जो विचदी जा रहा है अपने को किहड़ी छेदक बन गई? छेदक रेखा बन जू, क्योंकि 2 बिंदुओं ते कटदी है। तो फिर चक्कर दे उपर बिंदु तो सिर्फ एक स्पर्श रेखा खिंची जा सकती है। तुसीं ट्राई करके देखियो घरे धागे दे नाल, तो जो दूजी बनाने की कोशिश करोगे तो वह छेदक रेखा बन जूगी, वो किते ना किते 2 बिंदुओं से कटनी है। तो देखो पहला पॉइंट, अंदरूनी बिंदु तो कोई भी स्पर्श रेखा नहीं खिंची जा सकती। जे चक्कर दे उपर बिंदु पे है उतों आप एक स्पर्श रेखा खिंच सकते हैं। थर्ड, अगर बाहरी बिंदु है, इत्थे 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 बाहर किते मर्जी ले लो, तो आप कितनी स्पर्श रेखावां खिंच सकते हैं? देखो, तो आ मान लो स्पर्श बिंदु हो गया, एक बिंदु भी नाल बना रहे हैं ताकि पता लग जाए कित्थे स्पर्श करती है। तो यदा मतलब इत्थों कितनियां खिंचियां गईयां? 2। आप इत्थों भी ट्राई करते हैं। 2 की होर खिंची जा सकती है? नहीं। तो चक्कर दे बाहरी बिंदु तो आप कितनियां स्पर्श रेखावां खिंच सकते हैं? 2 स्पर्श रेखावां खिंच सकते हैं। तो आप जे देखो 4 गल्लां ते आपां गल कीती है, हुण 4 टर्म्स दी 4 चीज़ां ते गल कीती है। सब तो पहली, एक चक्कर की अगर गल करनगे तो एक चक्कर के उपर क्योंकि अनंत बिंदु होंदे ने, अनगिनत बिंदु होंदे ने, तो जिहड़ियां उहदियां स्पर्श रेखावां भी की होणगियां? अनंत होणगियां, पहला। दूसरा, बिंदु की स्थिति अते स्पर्श रेखावां की गिनती।
अगर बिंदु ਚੱਕਰ ਦੇ ਅੰਦਰ ਹੈ ਤਾਂ ਕਿੰਨੀਆਂ ਸਪਰਸ਼ ਰੇਖਾਵਾਂ ਸੀ? ਜ਼ੀਰੋ, ਕੋਈ ਵੀ ਨਹੀਂ ਬਣਾ ਸਕਦੇ ਸੀ। ਉੱਪਰ ਹੈ ਜਾਂ ਘੇਰੇ ਤੇ ਹੈ, ਕਿਉਂਕਿ ਆ ਚੱਕਰ ਦਾ ਘੇਰਾ ਹੁੰਦਾ ਆਪਾਂ ਨੂੰ ਪਤਾ ਹੈ, ਤਾਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ? ਇੱਕ। ਅਗਰ ਬਾਹਰੀ ਬਿੰਦੂ ਹੈ ਤਾਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ? ਕਿੰਨੀਆਂ ਖਿੱਚੀਆਂ ਜਾ ਸਕਦੀਆਂ? ਦੋ। ਤਾਂ ਦੇਖੋ ਇਹ ਆਪਣੇ ਕੋਲੇ ਹੋ ਗਿਆ ਸਪਰਸ਼ ਰੇਖਾਵਾਂ ਦਾ ਕਨਸੈਪਟ, ਜਿਸ ਦੀ ਜੋ ਇਨਫੋਰਮੇਸ਼ਨ ਹੈ ਕਿ ਸਪਰਸ਼ ਰੇਖਾ ਹੁੰਦੀ ਕੀ ਹੈ ਤੇ ਚੱਕਰ ਦੇ ਹਿਸਾਬ ਨਾਲ ਆਪਾਂ ਕਿੰਨੀਆਂ ਜਾਂ ਕਿੱਥੇ ਜਾਂ ਕਿਵੇਂ ਸਪਰਸ਼ ਰੇਖਾ ਖਿੱਚ ਸਕਦੇ ਹਾਂ। ਹੁਣ ਆਪਾਂ ਗੱਲ ਕਰਨੀ ਹੈ ਇਹਦੇ ਇੱਕ ਰਿਜ਼ਲਟ ਦੀ, ਸਟੈਂਡਰਡ ਰਿਜ਼ਲਟਸ ਦੀ, ਜੋ ਆਪਣੀ ਥਿਓਰਮ ਹੈ। ਪਹਿਲੀ ਥਿਓਰਮ ਇਸ ਟੌਪਿਕ ਦੀ। ਥਿਓਰਮ ਕੀ ਕਹਿ ਰਹੀ ਹੈ? ਚੱਕਰ ਦੇ ਕਿਸੇ ਬਿੰਦੂ ਤੇ स्पर्श रेखा, ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਸਪਰਸ਼ ਬਿੰਦੂ ਤੋਂ ਜਾਣ ਵਾਲੇ अर्ध व्यास ते लंब होंदी है। आ अपने कोले एक रिजल्ट है ते थ्योरम है। की कह रहा है? एक चक्कर दे किसे बिंदु ते आप एक बिंदु ले लिया, मान लो आप बिंदु इत्थे ले लिया P, जो जो चल रहा देखो, एक बिंदु ले लिया P ते स्पर्श रेखा आप खिंचती, देखो यही गल कही है ना, ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ, ਸਪਰਸ਼ ਬਿੰਦੂ ਤੋਂ, ਹੁਣ ਸਪਰਸ਼ ਬਿੰਦੂ ਕਿਹੜਾ ਹੋ ਗਿਆ ਆਪਣੇ ਕੋਲੇ? P। ਆ ਹੋ ਗਿਆ ਮੰਨ ਲਓ ਚੱਕਰ ਦਾ ਕੇਂਦਰ। ਸਪਰਸ਼ ਬਿੰਦੂ ਤੋਂ ਜਾਣ ਵਾਲਾ ਅਰਧ ਵਿਆਸ, ਇੱਥੇ ਆਪਾਂ ਅਰਧ ਵਿਆਸ ਖਿੱਚਤਾ, OP ਆਪਣੇ ਕੋਲ ਕੀ ਹੋ ਗਿਆ? ਅਰਧ ਵਿਆਸ ਤੇ ਲੰਬ ਹੁੰਦੀ ਹੈ। ਤਾਂ ਦੇਖੋ ਕੀ ਦਿੱਤਾ ਹੋਇਆ ਆਪਾਂ ਨੂੰ, ਇੱਕ ਚੱਕਰ ਜਿਸ ਦਾ ਕੇਂਦਰ O ਹੈ ਅਤੇ XY ਸਪਰਸ਼ ਰੇਖਾ ਹੈ, ਜੋ ਕਿਹੜੇ ਬਿੰਦੂ ਦੀ ਗੱਲ ਚੱਲ ਰਹੀ ਹੈ? P। ਬਿੰਦੂ P ਤੇ ਚੱਕਰ ਨੂੰ ਛੂੰਹਦੀ ਹੈ। ਇਹੀ ਕਿਹਾ ਨਾ ਆਪਾਂ ਨੂੰ। ਸਿੱਧ ਕੀ ਕਰਨਾ ਹੈ? ਕਹਿੰਦੇ ਆਹ ਰੇਖਾ ਅਰਧ ਵਿਆਸ ਵਾਲੀ ਇਹਦੇ ਉੱਤੇ ਲੰਬ ਹੈ, मतलब ਜੋ ਆਪਾਂ ਸਿੱਧ ਕਰਨਾ ਹੈ OP XY ਤੇ ਲੰਬ ਹੈ। ਜਾਂ ਤਾਂ ਇਹਨੂੰ ਤੁਸੀਂ ਬਿਲਕੁਲ ਸਿੰਪਲ ਭਾਸ਼ਾ 'ਚ ਲਿਖ ਦਿਓ, ਜਾਂ ਅਗਰ ਮੈਥਮੈਟੀਕਲ ਆਪਾਂ ਸਿੰਬਲਸ ਲਿਖਾਂਗੇ ਤਾਂ ਇਹਨੂੰ ਕਿਵੇਂ ਲਿਖਾਂਗੇ? ਆਹ, ਕਿਉਂਕਿ ਆਹ ਆਪਣੇ ਕੋਲ ਕਿਹਦਾ ਨਿਸ਼ਾਨ ਹੈ? ਇਹ ਆਪਣੇ ਕੋਲੇ ਲੰਬ ਦਾ ਨਿਸ਼ਾਨ ਹੈ। ਤਾਂ ਆਪਾਂ ਕੀ ਸਿੱਧ ਕਰਨਾ ਹੈ? OP ਲੰਬ XY। ਹੁਣ ਇਹਦੇ ਵਿੱਚ ਜੋ ਗੱਲ ਹੈ, ਕੋਈ ਹੱਲ ਨਹੀਂ ਹੈਗਾ, ਕਿਉਂਕਿ ਇੱਕ ਕਾਮਨ ਸੈਂਸ ਹੈ। ਮੈਂ ਇੱਕ ਛੋਟੀ ਐਗਜ਼ਾਮਪਲ ਸਮਝਾਉਣਾ ਤੁਹਾਨੂੰ। ਮੈਂ ਇੱਥੇ ਖੜਾ, ਆਪਣੀ ਕਲਾਸ ਦੇ ਵਿੱਚ ਖੜਾ ਤੁਹਾਡੇ ਸਾਹਮਣੇ, ਮੇਰੇ ਤੋਂ ਕੰਧ ਦੀ ਦੂਰੀ ਆਪਾਂ 2-3 ਪੁਆਇੰਟ ਲੈ ਕੇ ਚੱਲਦੇ ਹਾਂ। ਇੱਕ ਤਾਂ ਹੋ ਗਈ ਦੇਖੋ ਮੇਰੇ ਤੋਂ ਬਿਲਕੁਲ ਸਟ੍ਰੇਟ, ਤੁਸੀਂ ਬੈਠੇ ਹੋ ਬਿਲਕੁਲ ਸਟ੍ਰੇਟ ਤੁਹਾਡੇ ਵਾਲੀ। ਇੱਕ ਹੋ ਗਈ ਮੇਰੇ ਕੋਲ ਇੱਧਰਲੀ ਡਾਇਰੈਕਸ਼ਨ, ਮੰਨ ਲਓ ਕੰਧ ਦੇ ਖੁੰਝੇ ਤੇ, ਆਪਾਂ ਜਿਹੜੀ ਕਹਿੰਦੇ ਦੀਵਾਰ ਦਾ ਖੁੰਝਾ ਹੁੰਦਾ ਹੈ। ਇੱਕ ਮੈਂ ਇੱਧਰਲੇ ਪਾਸੇ। ਤਾਂ ਪ੍ਰੈਕਟੀਕਲੀ ਆਪਣੇ ਕੋਲ ਬਣਨਾ ਕੀ ਹੈ ਪਹਿਲਾਂ ਉਹ ਦੇਖਦੇ ਹਾਂ। ਮੰਨ ਲਓ ਆਹ ਕੰਧ ਹੈ, ਮੈਂ ਇੱਥੇ ਜੇ ਖੜਾ, ਆਪਣੇ ਕੋਲ ਇੱਥੇ ਜੇ ਖੜਾ ਨਾ ਮੈਂ, ਤਾਂ ਕੀ ਹੋ ਗਿਆ? ਆਹ ਆਪਣੀ ਕੰਧ ਤਾਂ ਦੇਖੋ ਖੁੰਝੇ ਚੱਲ ਰਹੇ ਆ, ਇੱਕ ਦੂਰੀ ਤਾਂ ਇੱਥੇ ਹੋ ਗਈ, ਇੱਕ ਦੂਰੀ ਆ ਹੋ ਗਈ, ਇੱਕ ਦੂਰੀ ਇੱਥੇ ਜੇ ਲਿਖ ਲੈਣਾ ਮੈਂ, ਇੱਕ ਆ ਹੋ ਗਈ। ਠੀਕ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ ਮੇਰਾ, ਇਹਨਾਂ ਚਾਰਾਂ ਦੇ ਵਿੱਚੋਂ ਮੈਂ ਇੱਥੇ ਖੜਾ, ਇੱਧਰਲੇ ਖੁੰਝੇ ਦੀ ਦੂਰੀ, ਦੀਵਾਰ ਦੇ ਇੱਧਰਲੇ ਖੁੰਝੇ ਦੀ ਦੂਰੀ ਤੇ ਬਿਲਕੁਲ ਸਾਹਮਣੇ ਤੁਹਾਡੇ ਕੰਨੀ ਦੂਰੀ, ਤਾਂ ਕਿਹੜੀ ਦੂਰੀ ਸਭ ਤੋਂ ਛੋਟੀ ਹੋਣੀ ਹੈ? ਬਿਲਕੁਲ ਇੱਕ ਸਿੰਪਲ ਕੁਐਸਚਨ। ਕਿਹੜੀ ਦੂਰੀ ਸਭ ਤੋਂ ਛੋਟੀ ਹੋਣੀ ਹੈ? ਇੱਧਰਲੇ ਖੁੰਝੇ ਵਾਲੀ ਮੇਰੇ ਥਾਂ ਤੋਂ, ਇੱਧਰਲੇ ਖੁੰਝੇ ਵਾਲੀ, ਜਾਂ ਤੁਹਾਡੇ ਵਾਲੀ? ਤੁਹਾਡੇ ਵਾਲੀ, ਹੈ ਨਾ। ਆਹ ਦੂਰੀ ਕੀ ਹੋਣੀ ਹੈ? ਸਭ ਤੋਂ ਛੋਟੀ। ਤਾਂ ਜਦੋਂ ਆਪਾਂ ਲੰਬ ਸਿੱਧ ਕਰਨਾ ਹੈ, ਅਸਲ ਦੇ ਵਿੱਚ ਆਪਾਂ ਕੀ ਸਿੱਧ ਕਰਾਂਗੇ? ਆਪਾਂ ਸਿੱਧ ਕਰਾਂਗੇ ਕਿ ਜਿਹੜੀ ਇਹਦੀ ਦੂਰੀ ਹੈ ਉਹ ਸਭ ਤੋਂ ਛੋਟੀ ਹੈ। ਆਪਾਂ ਇਹ ਸਿੱਧ ਕਰਾਂਗੇ, ਕਿਉਂਕਿ
ਜਿਹੜੀ ਛੋਟੀ ਦੂਰੀ ਹੁੰਦੀ ਹੈ ਉਹ ਕੀ ਹੁੰਦੀ ਹੈ? ਲੰਬ ਹੁੰਦੀ ਹੈ। ਇੱਕ ਉਦਾਹਰਨ ਮੈਂ ਹੋਰ ਲੈ ਕੇ ਚੱਲਦਾ। ਆਪਾਂ ਕਹਿੰਦੇ ਆ ਇੱਕ ਗਲੀ ਦੀ ਚੌੜਾਈ, ਸੜਕ ਦੀ ਚੌੜਾਈ 10 ਮੀਟਰ ਹੈ, 10 ਫੁੱਟ ਹੈ, 20 ਫੁੱਟ ਹੈ, 30 ਫੁੱਟ ਹੈ। ਆਪਾਂ ਕਹਿੰਦੇ ਆ ਨਾ, ਆਮ ਗੱਲਾਂ ਕਰਦੇ ਆ। ਤਾਂ ਅਸਲ ਦੇ ਵਿੱਚ ਕੀ ਹੁੰਦਾ ਹੈ? ਮੰਨ ਲਓ ਇੱਕ ਗਲੀ 'ਚ ਮੇਰਾ ਘਰ ਹੈ, ਜਿਸ ਗਲੀ 'ਚ ਮੇਰਾ ਘਰ ਹੈ, ਤਾਂ ਜਿਹੜੀ ਸੜਕ ਦੀ ਜਾਂ ਗਲੀ ਦੀ ਚੌੜਾਈ ਹੁੰਦੀ ਹੈ ਉਹ ਮੇਰੇ ਘਰ ਤੋਂ ਕਿੱਥੋਂ ਤੱਕ ਦੀ ਹੋਊਗੀ? ਸਾਹਮਣੇ ਵਾਲੇ ਘਰ ਦੀ ਹੋਊਗੀ, ਜਾਂ ਉਹ ਜਿਹੜਾ ਦੂਜੇ ਪਾਸੇ ਜਾਂ ਇੱਧਰਲੇ ਕਾਰਨਰ ਤੇ ਘਰ ਹੈ ਉਸ ਦੀ ਹੋਣੀ ਹੈ? ਸਾਹਮਣੇ ਵਾਲੇ ਦੀ, ਕਿਉਂਕਿ ਉਹ ਸਭ ਤੋਂ ਛੋਟੀ ਦੂਰੀ ਹੈ। ਤੇ ਸਭ ਤੋਂ ਛੋਟੀ ਦੂਰੀ ਹਮੇਸ਼ਾ ਕੀ ਹੁੰਦੀ ਹੈ? ਲੰਬ ਹੁੰਦੀ ਹੈ। ਤਾਂ ਜਦੋਂ ਦੂਰੀ ਦੀ ਗੱਲ ਚੱਲਦੀ ਹੈ ਉਹ ਛੋਟੀ ਹੀ ਕੰਸੀਡਰ ਹੁੰਦੀ ਹੈ, ਲੰਬ ਦੂਰੀ ਹੁੰਦੀ ਹੈ। ਤਾਂ ਆਪਾਂ ਕੀ ਸਿੱਧ ਕਰਨਾ? ਅਸਲ ਦੇ ਵਿੱਚ ਆਪਾਂ ਇਹ ਸਿੱਧ ਕਰਾਂਗੇ O ਤੋਂ ਲੈ ਕੇ ਜਿਹੜੀ P ਦੀ ਦੂਰੀ ਹੈ ਉਹ ਕੀ ਹੈ? ਸਭ ਤੋਂ ਛੋਟੀ ਹੈ। ਤੇ ਇਹਦਾ ਤਰੀਕਾ ਕੀ ਹੁੰਦਾ ਹੈ? ਇਸ ਰੇਖਾ ਨੂੰ ਸਭ ਤੋਂ ਛੋਟਾ ਸਿੱਧ ਕਰਨਾ ਹੈ। ਕੀ ਕਰਾਂਗੇ? ਆਪਾਂ ਇਹਦੇ ਬਰਾਬਰ ਵੱਡੀ ਰੇਖਾ ਖਿੱਚ ਦਾਂਗੇ, ਉਹ ਰੇਖਾ ਕੀ ਬਣ ਗਈ? ਛੋਟੀ ਬਣ ਗਈ। ਆਪਾਂ ਇਸੇ ਅਕੋਰਡਿੰਗ ਗੱਲਾਂ ਕਰਦੇ ਆ ਨਾ, ਆਓ ਆਪਾਂ ਕਰੀਏ। ਤਾਂ ਕੀ ਕੀਤਾ? ਇੱਕ ਬਿੰਦੂ ਲੈ ਲਿਆ ਇੱਥੇ Q, ਮੰਨ ਲਓ ਇੱਕ ਬਿੰਦੂ Q ਲਿਆ, XY ਰੇਖਾ ਤੇ ਬਿੰਦੂ Q ਲਿਆ। ਕਿਉਂ ਲੈ ਲਿਆ? OQ ਨੂੰ ਮਿਲਾਇਆ, OQ ਨੂੰ ਮਿਲਾ ਲਿਆ। ਹੁਣ ਕੀ ਹੋ ਗਿਆ? OQ ਆਪਣੇ ਕੋਲ ਆ ਰਿਹਾ, ਆ OQ ਹੈ, ਆ ਰਿਹਾ OP। ਤਾਂ ਚੈੱਕ ਕਰੋ OP OQ ਚੋਂ ਕਿਹੜਾ ਛੋਟਾ ਹੈ? ਚੈੱਕ ਕਰਕੇ ਦੇਖੋ OP ਛੋਟੀ ਹੈ ਜਾਂ OQ ਛੋਟਾ ਹੈ। ਤਾਂ ਆਪਾਂ ਕੀ ਦੇਖਦੇ ਹਾਂ? ਅਸੀਂ ਦੇਖਦੇ ਹਾਂ ਕਿ OP OQ ਤੋਂ ਛੋਟਾ ਹੈ। ਠੀਕ, ਹੋਰ ਬਿੰਦੂ ਲੈਣਾ ਹੈ ਚੈੱਕ ਕਰਨ ਦੇ ਲਈ। ਆਪਾਂ ਇੱਕ ਇੱਧਰ ਦੇ ਪਾਸੇ ਲੈ ਲੈਣੇ, R ਲੈ ਲਿਆ। ਇੱਕ ਹੋਰ XY ਤੇ ਬਿੰਦੂ R ਲਿਆ ਅਤੇ OR ਨੂੰ ਮਿਲਾਇਆ। ਤੇ ਜਦੋਂ ਆਪਾਂ OR ਨੂੰ ਮਿਲਾਤਾ ਤਾਂ ਫਿਰ ਕੀ ਹੋਇਆ? ਦੱਸੋ ਮੈਨੂੰ, ਕੀ OR OP ਚੋਂ ਕਿਹੜਾ ਛੋਟਾ ਹੋਊਗਾ? ਚੈੱਕ ਕਰਕੇ ਦੱਸੋ ਮੈਨੂੰ, OP ਛੋਟਾ ਹੈ ਕਿ OR ਛੋਟਾ ਹੈ? ਆ ਰਿਹਾ OP, ਆ OR। ਤਾਂ ਕਲੀਅਰ ਹੈ OP OR ਤੋਂ ਛੋਟਾ ਹੈ। ਇਹੀ ਹੋਇਆ ਨਾ ਆਪਣਾ। ਤਾਂ ਫਿਰ ਇਸ ਤਰ੍ਹਾਂ ਕੀ ਹੋਇਆ? ਅਗਰ ਇਹ ਛੋਟਾ ਇਸ ਤਰ੍ਹਾਂ, ਆਪਾਂ XY ਤੇ P ਦੀ ਜਗ੍ਹਾ ਛੱਡ ਕੇ ਕਿਤੇ ਵੀ ਬਿੰਦੂ ਲੈ ਲਈਏ ਤਾਂ ਕੀ ਹੋਣਾ? ਫਿਰ OP ਸਭ ਤੋਂ ਕੀ ਹੋਊਗਾ? ਛੋਟਾ। ਤਾਂ ਇਸ ਤਰ੍ਹਾਂ OP ਹਰੇਕ XY ਤੇ ਬਿੰਦੂ ਲਈ ਸੱਚ ਹੈ ਜਾਂ ਛੋਟਾ ਹੈ। ਕਿਉਂਕਿ ਆਪਾਂ ਕਿਤੇ ਵੀ ਬਿੰਦੂ ਲੈ ਲਈਏ, ਉਹਨੂੰ ਅਗਰ ਆਪਾਂ ਮਿਲਾਵਾਂਗੇ ਤਾਂ ਜਿਹੜਾ OP ਰਹਿਣਾ ਸਭ ਤੋਂ ਕੀ ਰਹਿਣਾ? ਛੋਟਾ ਰਹਿਣਾ। ਤੇ ਜੇ OP ਛੋਟਾ ਰਹਿਣਾ, ਇਸ ਲਈ ਜਿਹੜੀ ਆਪਾਂ ਨੂੰ ਪਤਾ ਛੋਟੀ ਦੂਰੀ ਕੀ ਹੁੰਦੀ ਹੈ, ਆਪਾਂ ਗੱਲ ਕਰਕੇ ਹਟਿਆ, ਲੰਬ ਹੈ। ਇਸ ਲਈ OP XY ਤੇ ਲੰਬ ਹੈ। ਤਾਂ ਆਹ ਆਪਣੀ ਇੱਕ ਥਿਓਰਮ ਹੈ ਜਿਸ ਦੀ ਆਪਾਂ ਹੁਣ ਗੱਲ ਕੀਤੀ ਹੈ, ਇੱਕ ਸਟੈਂਡਰਡ ਰਿਜ਼ਲਟ ਹੈ। ਹੁਣ ਆਪਾਂ ਜਿਹੜੀ ਗੱਲ ਕਰਾਂਗੇ ਇਸ ਤੋਂ ਬਾਅਦ ਇਸ ਥਿਓਰਮ ਦੀ ਐਪਲੀਕੇਸ਼ਨ ਤੇ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਇਹਨੂੰ ਕੁਐਸਚਨਾਂ ਦੇ ਵਿੱਚ ਕਿਵੇਂ ਵਰਤਿਆ ਜਾਂਦਾ ਹੈ। ਹੁਣ ਆਪਾਂ ਉਸਦੇ ਕੁਐਸਚਨਾਂ ਤੇ ਗੱਲ ਕਰਦੇ ਹਾਂ ਕਿ ਕਿਵੇਂ ਆਪਾਂ ਇਸ ਥਿਓਰਮ ਨੂੰ ਕੁਐਸਚਨਾਂ ਦੇ ਵਰਤਿਆ। ਤਾਂ ਥੋੜੀ ਪਹਿਲਾਂ ਇੱਕ ਡਾਇਗਰਾਮਸ ਬਣਾ ਰਿਹਾ ਸਮਝਾਉਣ ਦੇ ਲਈ। ਆ ਇੱਕ ਸਪਰਸ਼ ਰੇਖਾ ਹੈ, ਆ ਸਪਰਸ਼ ਬਿੰਦੂ, ਆ ਆਪਣੇ ਕੋਲ ਕੀ ਹੋ ਗਿਆ? ਲੰਬ। ਆ ਇੱਕ ਸਪਰਸ਼ ਰੇਖਾ, ਕੇਂਦਰ, ਆ ਸਪਰਸ਼ ਬਿੰਦੂ, ਆ ਅਰਧ ਵਿਆਸ, ਇਹ ਤੇ ਕੀ ਹੋਊਗਾ? ਲੰਬ। ਕੇਂਦਰ, ਸਪਰਸ਼ ਬਿੰਦੂ, ਅਰਧ ਵਿਆਸ, ਸਪਰਸ਼ ਰੇਖਾ ਤੇ ਕੀ ਹੋਣਾ? ਇਹ ਲੰਬ ਹੋਣਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਰਿਜ਼ਲਟ ਨੂੰ ਵਰਤਦੇ ਹੋਏ ਕੀ ਕਰਾਂਗੇ? ਆਪਾਂ ਹੁਣ ਕੁਐਸਚਨਾਂ ਨੂੰ ਹੱਲ ਕਰਾਂਗੇ। ਕੁਝ ਐਗਜ਼ਾਮਪਲਾਂ ਤੇ ਆਪਾਂ ਗੱਲ ਕਰਦੇ ਹਾਂ। ਐਗਜ਼ਾਮਪਲ ਕੀ ਕਹਿ ਰਹੀ ਹੈ? ਬਿੰਦੂ Q ਤੋਂ ਇੱਕ ਸਪਰਸ਼ ਰੇਖਾ ਦੀ ਲੰਬਾਈ ਸਪਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਅਤੇ Q ਦੀ
ਕੇਂਦਰ ਤੋਂ ਦੂਰੀ 25 ਸੈਂਟੀਮੀਟਰ ਹੈ। ਚੱਕਰ ਦਾ ਅਰਧ ਵਿਆਸ ਪਤਾ ਕਰੋ। ਚੱਕਰ ਦਾ ਅਰਧ ਵਿਆਸ ਪਤਾ ਕਰੋ। ਆਪਾਂ ਪਹਿਲਾਂ ਡਾਇਗਰਾਮ ਬਣਾਉਂਦੇ ਹਾਂ। ਬਿੰਦੂ Q ਤੋਂ ਸਪਰਸ਼ ਰੇਖਾ, ਤਾਂ ਇਹਦਾ ਮਤਲਬ ਬਿੰਦੂ Q ਬਾਹਰ ਹੈ, ਆ ਰਿਹਾ ਮੰਨ ਲਓ। ਕਹਿੰਦੇ ਇੱਥੇ ਇੱਕ ਸਪਰਸ਼ ਰੇਖਾ ਖਿੱਚੀ ਹੈ, ਉਹਦੀ ਲੰਬਾਈ। ਹੁਣ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੇ ਮਾਈਂਡ 'ਚ ਕੀ ਆ ਸਕਦੀ ਹੈ, ਰੇਖਾ ਦੀ ਤਾਂ ਲੰਬਾਈ ਹੁੰਦੀ ਨਹੀਂ। ਤਾਂ ਦੋਸਤੋ ਜਿਹੜੀ ਸਪਰਸ਼ ਰੇਖਾ ਦੀ ਲੰਬਾਈ ਹੁੰਦੀ ਹੈ ਨਾ, ਉਹ ਅਸਲ 'ਚ ਕੀ ਹੁੰਦੀ ਹੈ, ਬਿੰਦੂ ਤੋਂ ਲੈ ਕੇ ਸਪਰਸ਼ ਬਿੰਦੂ ਤੱਕ ਦੀ ਹੁੰਦੀ ਹੈ। ਕਿਉਂਕਿ ਆਪਾਂ ਨੂੰ ਵੀ ਪਤਾ ਹੈ ਜਿਹੜੀ ਲੰਬਾਈ ਰੇਖਾ ਖੰਡ ਦੀ ਹੁੰਦੀ ਹੈ, ਪਰ ਜਦੋਂ ਕਿ ਸਪਰਸ਼ ਰੇਖਾ ਇੱਕ ਰੇਖਾ ਹੈ, ਉਹਦੀ ਲੰਬਾਈ ਨਹੀਂ ਹੁੰਦੀ। ਤਾਂ ਇੱਥੇ ਫਿਰ ਜਿਹੜੀ ਗੱਲ ਹੁੰਦੀ ਹੈ, ਉਹ ਪੁਆਇੰਟ ਤੋਂ ਲੈ ਕੇ, ਬਾਹਰੀ ਬਿੰਦੂ ਤੋਂ ਲੈ ਕੇ ਸਪਰਸ਼ ਬਿੰਦੂ ਤੱਕ ਦਾ ਜਿਹੜਾ ਮਾਪ ਹੁੰਦਾ ਹੈ, ਉਹ ਸਪਰਸ਼ ਰੇਖਾ ਦੀ ਕੀ ਹੁੰਦੀ ਹੈ, ਲੰਬਾਈ ਹੁੰਦੀ ਹੈ। ਤਾਂ ਕਹਿੰਦੇ ਚੱਕਰ ਦੇ ਸਪਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਹੈ ਅਤੇ Q ਦੀ ਕੇਂਦਰ ਤੋਂ ਦੂਰੀ, ਮੰਨ ਲਓ ਆ ਕੇਂਦਰ O ਲੈ ਲੈਂਦੇ ਆ, ਇੱਥੇ ਆਪਾਂ ਪੁਆਇੰਟ P ਲੈ ਲਿਆ, ਕੇਂਦਰ ਤੋਂ ਦੂਰੀ 25 ਸੈਂਟੀਮੀਟਰ ਹੈ। ਆ ਆਪਣੇ ਕੋਲ ਕੀ ਆ ਗਿਆ, ਅਰਧ ਵਿਆਸ। ਤਾਂ ਕਹਿੰਦੇ ਚੱਕਰ ਦਾ ਅਰਧ ਵਿਆਸ ਪਤਾ ਕਰੋ। ਤਾਂ ਸਭ ਤੋਂ ਪਹਿਲੀ ਗੱਲ, ਇੱਥੇ ਆਪਣੇ ਕੋਲ ਕਿੰਨੇ ਦਾ ਕੋਣ ਬਣ ਗਿਆ, 90 ਦਾ, ਤੇ 90 ਦਾ ਕੋਣ ਬਣ ਗਿਆ। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ, ਜਿਹੜੀ ਆ ਤਿਕੋਣ ਬਣ ਗਈ, ਕਿਹੜੀ ਤਿਕੋਣ ਬਣ ਗਈ, ਸਮਕੋਣੀ ਤਿਕੋਣ ਬਣ ਗਈ। ਤੇ ਸਮਕੋਣੀ ਤਿਕੋਣ ਦੇ ਵਿੱਚ ਆਪਣੇ ਕੋਲ ਇੱਕ ਬਹੁਤ ਇੰਪੋਰਟੈਂਟ ਥਿਓਰਮ ਹੈ। ਕਿਹੜੀ ਥਿਓਰਮ ਹੈ, ਪਾਈਥਾਗੋਰਸ ਥਿਓਰਮ। ਪਾਈਥਾਗੋਰਸ ਥਿਓਰਮ ਕੀ ਸੀ? ਪਾਈਥਾਗੋਰਸ ਥਿਓਰਮ ਯਾਦ ਹੋਵੇ, ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2। ਹੁਣ ਇੱਥੇ ਕਿਵੇਂ ਪਤਾ ਲੱਗਣਾ ਤੁਹਾਨੂੰ ਕਰਨ ਹੈ, 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਹਮੇਸ਼ਾ ਕਰਨ ਹੁੰਦੀ ਹੈ, ਗੱਲ ਯਾਦ ਰੱਖਿਓ। ਕਿਉਂਕਿ ਜ਼ਿਆਦਾਤਰ ਆਪਣੇ ਕੋਲ ਡਾਇਗਰਾਮ ਇਸ ਅਕੋਰਡਿੰਗ ਹੈ। ਤਾਂ ਜੋ 90 ਦੇ ਸਾਹਮਣੇ ਜਿਹੜੀ ਵੀ ਭੁਜਾ ਦੀ ਆਪਾਂ ਗੱਲ ਕਰਦੇ ਹਾਂ, ਉਹ ਹਮੇਸ਼ਾ ਕੀ ਹੁੰਦੀ ਹੈ, ਕਰਨ ਹੁੰਦੀ ਹੈ। ਤਾਂ ਕਰਨ ਇੱਥੇ ਕਿੰਨਾ ਹੋ ਗਿਆ, 25। ਲੰਬ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਚਾਹੇ ਆਹ ਲੰਬ ਲੈ ਲਓ, ਆਓ ਮੇਨ ਕਰਨ ਦੀ ਗੱਲ ਹੁੰਦੀ ਹੈ। ਲੰਬ ਆਧਾਰ ਇੰਟਰਚੇਂਜ ਹੋ ਸਕਦੇ ਆ। ਦੇਖੋ ਸਮਕੋਣੀ ਤਿਕੋਣ ਐਂ ਵੀ ਬਣ ਜੂਗੀ, ਜਦੋਂ ਇਹਨੂੰ ਮਿਲਾ ਦਾਂਗੇ ਇਹ ਐਂ ਵੀ ਬਣ ਜੂਗੀ। ਤਾਂ ਲੰਬ ਦੇ ਆਧਾਰ ਚੇਂਜ ਹੋ ਸਕਦੇ ਆ, ਕਰਨ ਕਦੇ ਵੀ ਚੇਂਜ ਨਹੀਂ ਹੁੰਦਾ। ਤਾਂ ਲੰਬ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ 24 ਲੈ ਲਓ, ਤੁਸੀਂ ਅਰਧ ਵਿਆਸ ਲੈ ਲਓ, ਮੈਂ 24 ਲੈ ਰਿਹਾ। ਆਧਾਰ ਕੀ ਹੋ ਗਿਆ, OP, ਅਰਧ ਵਿਆਸ ਲਿਖ ਸਕਦੇ ਹੋ। ਆਪਾਂ ਇੱਥੇ x ਮੰਨ ਕੇ ਵੀ ਹੱਲ ਕਰ ਸਕਦੇ ਹਾਂ। 25 ਦੀ ਘਾਤ 2, 25 ਦੀ 25 ਨਾਲ ਗੁਣਾ ਕੀਤੀ 625, 24 ਦੀ ਘਾਤ 2, 24 ਦੀ 24 ਨਾਲ ਗੁਣਾ ਕੀਤੀ 576 ਪਲੱਸ OP ਦੀ 2। ਇਹ ਇੱਧਰ ਗਿਆ, ਤਾਂ ਜਦੋਂ 625 ਚੋਂ 576 ਉੱਧਰ ਲੈ ਕੇ ਘਟਾ ਹੋ ਗਿਆ, ਕਿੰਨਾ ਆ ਗਿਆ, 49। ਇੱਧਰ 2 ਘਾਤ ਹੈ 49, ਕਿਹਦੀ ਘਾਤ 2 ਹੈ, 7 7 ਹੀ 49, 7 ਦੀ ਘਾਤ 2, 2 ਨਾਲ 2 ਕੱਟ ਗਿਆ, ਤਾਂ OP ਕਿੰਨਾ ਆ ਗਿਆ, 7 ਸੈਂਟੀਮੀਟਰ। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ, ਜਿਹੜਾ ਅਰਧ ਵਿਆਸ ਆ ਗਿਆ, ਅਰਧ ਵਿਆਸ ਦੀ ਲੰਬਾਈ ਆ ਗਈ, ਉਹ ਆਪਣੇ ਕੋਲ ਕਿੰਨੀ ਆ ਗਈ, 7 ਸੈਂਟੀਮੀਟਰ ਆ ਗਈ। ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਕੁਐਸਚਨ ਨੂੰ ਬੜੀ ਆਸਾਨੀ ਦੇ ਨਾਲ ਕਰ ਸਕਦੇ ਹਾਂ। ਇੱਕ ਐਗਜ਼ਾਮਪਲ ਆਪਾਂ ਹੋਰ ਲੈ ਕੇ ਚੱਲਦੇ ਹਾਂ। ਕੁਐਸਚਨ ਹੈ 5 ਸੈਂਟੀਮੀਟਰ ਅਰਧ ਵਿਆਸ ਵਾਲੇ, ਅਗਲੇ ਕੁਐਸਚਨ ਦੇ ਥੋੜਾ ਜਿਹਾ ਹੋਰ ਕਲੀਅਰ ਹੋ ਜਾਊਗਾ। 5 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦੇ ਇੱਕ ਬਿੰਦੂ P ਤੇ, ਚੱਕਰ ਦੇ ਇੱਕ ਬਿੰਦੂ P ਤੇ ਸਪਰਸ਼ ਰੇਖਾ PQ, ਕੇਂਦਰ O ਤੋਂ ਜਾਣ ਵਾਲੀ ਸਪਰਸ਼ ਰੇਖਾ PQ, ਕੇਂਦਰ O ਤੋਂ ਜਾਣ ਵਾਲੀ ਇੱਕ ਰੇਖਾ ਬਿੰਦੂ Q ਤੇ ਇਸ ਤਰ੍ਹਾਂ ਮਿਲਦੀ ਹੈ। ਇੱਕ ਰੇਖਾ ਬਿੰਦੂ Q ਤੇ ਇਸ ਤਰ੍ਹਾਂ ਮਿਲਦੀ ਹੈ ਕਿ OQ ਬਰਾਬਰ ਹੈ 12 ਸੈਂਟੀਮੀਟਰ। ਤਾਂ PQ ਦੀ ਲੰਬਾਈ ਪਤਾ ਕਰੋ।
ਆਪਣੇ ਕੋਲ ਆ ਕੁਐਸਚਨ ਹੈ, ਆਪਾਂ ਜੀ ਡਾਇਗਰਾਮ ਬਣਾਉਂਦੇ ਆ। 5 ਸੈਂਟੀਮੀਟਰ ਅਰਧ ਵਿਆਸ, ਆਪਾਂ ਨੂੰ ਅਰਧ ਵਿਆਸ ਦੇਤਾ, ਵਾਲੇ ਚੱਕਰ ਦੇ ਇੱਕ ਬਿੰਦੂ P ਤੇ ਸਪਰਸ਼ ਰੇਖਾ ਹੈ, ਤਾਂ ਇਹਦਾ ਮਤਲਬ P ਸਪਰਸ਼ ਬਿੰਦੂ ਹੋ ਗਿਆ, ਕਿਉਂਕਿ ਉਸ ਦੇ ਉੱਤੇ ਆਪਾਂ ਸਪਰਸ਼ ਰੇਖਾ ਦੇਖੋ PQ ਖਿੱਚੀ ਹੈ, ਕੇਂਦਰ ਹੋ ਗਿਆ ਉਹ। ਅਰਧ ਵਿਆਸ ਆਪਾਂ ਨੂੰ ਦੇਤਾ 5 ਸੈਂਟੀਮੀਟਰ, ਕੇਂਦਰ O ਤੋਂ ਜਾਣ ਵਾਲੀ ਇੱਕ ਰੇਖਾ ਬਿੰਦੂ Q ਤੇ ਇਸ ਤਰ੍ਹਾਂ ਮਿਲਦੀ ਹੈ ਕਿ OQ ਬਰਾਬਰ 12 ਸੈਂਟੀਮੀਟਰ। ਠੀਕ, ਤਾਂ PQ ਦੀ ਲੰਬਾਈ ਪਤਾ ਕਰਨੀ ਹੈ। ਆਪਾਂ ਨੂੰ ਆਹ ਡਾਇਗਰਾਮ ਦਿੱਤੀ ਹੋਈ ਹੈ, ਆਹ ਸਟੇਟਮੈਂਟ ਦਿੱਤੀ ਹੋਈ ਹੈ। ਹੁਣ ਆਹ ਕਿੰਨੇ ਦਾ ਕੋਣ ਆ ਗਿਆ? 90 ਦਾ। ਆ ਇਹਦੇ ਸਾਹਮਣੇ ਕੀ ਹੋ ਗਿਆ? ਕਰਨ ਹੋ ਗਿਆ। ਤਾਂ ਫਿਰ ਪਾਈਥਾਗੋਰਸ ਥਿਓਰਮ ਕੀ ਕਹਿੰਦੀ ਹੈ? ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2। ਕਰਨ ਕਿੰਨਾ ਹੈ? 12। ਲੰਬ ਕੋਈ ਵੀ ਲੈ ਸਕਦੇ ਆ, 5 ਲੈ ਲਿਆ। ਆਧਾਰ ਆਪਾਂ ਨੂੰ ਨਹੀਂ ਪਤਾ, ਆਪਾਂ ਕੀ ਲਿਖ ਲਿਆ? PQ, ਕਿਉਂਕਿ ਆਪਾਂ PQ ਪਤਾ ਕਰਨਾ ਹੈ। 12 ਦੀ ਘਾਤ 2, 12 ਦੀ ਘਾਤ 2 ਦਾ ਮਤਲਬ ਕਿੰਨਾ ਹੋ ਗਿਆ ਦੱਸੋ? ਅਗਰ ਡਾਇਰੈਕਟ ਨਹੀਂ ਹੁੰਦਾ ਤਾਂ ਘਾਤ ਦਾ ਮਤਲਬ ਕੀ ਹੁੰਦਾ? 2 ਵਾਰ ਗੁਣਾ ਕਰਨਾ। ਆਪਾਂ ਵੀ ਲਿਖ ਸਕਦੇ ਹਾਂ ਇੱਕ ਸਟੈਪ, 5 ਗੁਣਾ 5 ਓਵੇਂ ਦਾ ਓਵੇਂ। 12 ਦੀ 12 ਨਾਲ ਗੁਣਾ ਕੀਤੀ 144, 5 5 25 PQ ਦੀ 2। 25 ਇੱਧਰ ਗਿਆ, ਕਾਹਦਾ ਹੋ ਗਿਆ? ਘਟਾ ਦਾ। ਤਾਂ ਫਿਰ PQ ਦੀ 2, 144 ਦੇ ਵਿੱਚੋਂ 25 ਘਟਾਏ ਕਿੰਨਾ ਆ ਗਿਆ? 119। ਹੁਣ ਸਭ ਤੋਂ ਵੱਡੀ ਗੱਲ, ਕੀ 119 2 ਇੱਕੋ ਨਾਲ ਦੀ ਸੰਖਿਆਵਾਂ ਦੀ ਗੁਣਾ ਹੈਗੀ ਹੈ? ਜਿਵੇਂ ਆਪਾਂ ਲਾਸਟ ਐਗਜ਼ਾਮਪਲ 'ਚ ਦੇਖਿਆ ਸੀ 49, 7 7 49 ਸੀ, ਤਾਂ ਕੀ 2 ਇੱਕੋ ਨਾਲ ਦੀ ਸੰਖਿਆਵਾਂ ਦੀ ਗੁਣਾ ਹੈਗੀ ਹੈ? ਨਹੀਂ ਹੈਗੀ। ਤਾਂ ਫਿਰ ਕੀ ਕਰਦੇ ਹੁੰਦੇ ਆ, ਜਦੋਂ ਇਹ ਪੂਰਨ ਵਰਗ ਨਾ ਹੋਵੇ ਤਾਂ ਜਿਹੜੀ ਆ 2 ਘਾਤ ਹੈ ਇਹ ਉਧਰ ਭੇਜ ਕੇ ਉਹ ਕੀ ਬਣ ਜਾਂਦੀ ਹੈ? ਵਰਗਮੂਲ ਬਣ ਜਾਂਦੀ ਹੈ। 2 ਘਾਤ ਹੈ। ਦੇਖੋ ਪਿਛਲੀ ਆਪਾਂ ਜੋ ਗੱਲ ਕੀਤੀ ਸੀ, ਆਪਾਂ ਗੱਲ ਕੀਤੀ ਸੀ ਲਗਭਗ 49, ਜਿਵੇਂ ਉਹ 7 ਦੀ ਘਾਤ 2 ਸੀ, 2 ਨਾਲ 2 ਕੱਟ ਗਿਆ, ਆਪਾਂ ਉੱਥੇ ਸਿੱਧਾ ਲਿਖਤਾ ਸੀ। ਪਰੰਤੂ ਇੱਥੇ ਕੀ ਹੈ, ਇੱਥੇ ਨੂੰ ਆਪਾਂ ਵਰਗ 'ਚ ਨਹੀਂ ਲਿਖ ਸਕਦੇ ਕਿਉਂਕਿ ਇਹ ਪੂਰਨ ਵਰਗ ਨਹੀਂ ਹੈਗਾ। ਤਾਂ ਫਿਰ ਆਪਾਂ ਕੀ ਕਰਾਂਗੇ? 2 ਘਾਤ ਨੂੰ ਉਧਰ ਭੇਜ ਦਾਂਗੇ, ਜੋ ਉਧਰ ਭੇਜ ਦਿੰਦੇ ਉਹ ਕੀ ਬਣ ਜਾਂਦਾ? ਵਰਗਮੂਲ ਬਣ ਜਾਂਦਾ, ਅੰਡਰਰੂਟ ਬਣ ਜਾਂਦਾ ਹੈ। ਇਹਨੂੰ ਹੱਲ ਕਰਨ ਦੀ ਲੋੜ ਨਹੀਂ ਹੈਗੀ, ਆਪਾਂ ਇਹਨੂੰ ਇੱਥੇ ਹੀ ਛੱਡ ਦਾਂਗੇ। ਤਾਂ ਆਪਣਾ ਆਨਸਰ ਕਿੰਨਾ ਆ ਗਿਆ? ਆ ਇੰਗਲਿਸ਼ 'ਚ ਪੰਜਾਬੀ 'ਚ PQ ਬਰਾਬਰ ਹੈ ਅੰਡਰਰੂਟ 119 ਸੈਂਟੀਮੀਟਰ। ਤਾਂ ਇਹ ਸੀ ਆਪਣਾ ਸਪਰਸ਼ ਰੇਖਾ ਦਾ ਪਹਿਲਾ ਟੌਪਿਕ, ਉਹਦੀ ਇਨਫੋਰਮੇਸ਼ਨ, ਤੇ ਜੋ ਆਪਣੀ ਅਰਧ ਵਿਆਸ ਸਪਰਸ਼ ਰੇਖਾ ਤੇ ਲੰਬ ਹੁੰਦਾ ਉਸ ਦੀ ਥਿਓਰਮ। ਥੈਂਕ ਯੂ।